ਕੇਂਦਰ ਸਰਕਾਰ ਦੇ 3 ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਸਿਆਸੀ ਸੰਗਰਾਮ ਲਗਾਤਾਰ ਪੂਰੇ ਦੇਸ਼ ਦੇ ਵਿੱਚ ਛਿੜਿਆ ਹੋਇਆ। ਅੱਸੂ ਦੇ ਮਹੀਨੇ ਦੇ ਵਿੱਚ ਸੌਣ ਦੀ ਝੜੀ ਦੀ ਤਰ੍ਹਾਂ ਅਸਤੀਫਿਆਂ ਦੀ ਝੜੀ ਵੀ ਲੱਗੀ ਹੋਈ ਹੈ। ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਕੇਂਦਰ ਦੇ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ। ਉਸ ਤੋਂ ਬਾਅਦ ਕਾਂਗਰਸ ਦੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਦੀਪ ਨਾਗਰਾ ਨੇ ਜਿਹੜਾ ਅਸਤੀਫਾ ਦਿੱਤਾ। ਇਸ ਨੂੰ ਲੈ ਕੇ ਲਗਾਤਾਰ ਹੁਣ ਸਿਆਸਤ ਸਰਗਰਮ ਹੋ ਰਹੀ ਹੈ। ਸਾਡੇ ਨਾਲ ਇੱਥੇ ਮੰਡੀ ਬੋਰਡ ਦੇ ਚੇਅਰਮੈਨ ਨੇ ਲਾਲ ਸਿੰਘ ਜੀ, ਕਾਂਗਰਸ ਦੇ ਸੀਨੀਅਰ ਲੀਡਰ ਨੇ। ਇਹਨਾਂ ਆਰਡੀਨੈਂਸਾਂ ਦਾ ਮੰਡੀ ਬੋਰਡ ਤੇ ਕੀ ਅਸਰ ਪਏਗਾ ਅਤੇ ਕੀ ਮੰਡੀ ਬੋਰਡ ਰਹੇਗਾ ਵੀ ਜਾਂ ਨਹੀਂ ਰਹੇਗਾ, ਇਸ ਤੇ ਗੱਲਬਾਤ ਕਰਾਂਗੇ। ਲਾਲ ਸਿੰਘ ਜੀ, ਸਭ ਤੋਂ ਪਹਿਲਾਂ ਇਹ ਦੱਸੋ ਜੀ, ਕਾਫੀ ਅਹਿਮ ਆਰਡੀਨੈਂਸ ਨੇ ਇਹ। ਪਹਿਲਾਂ ਇਹ ਆਰਡੀਨੈਂਸ ਅਕਾਲੀ ਦਲ ਕਹਿੰਦਾ ਸੀ ਕਿਸਾਨ ਹਿਤੈਸ਼ੀ ਆਰਡੀਨੈਂਸ ਨੇ, ਉਸ ਤੋਂ ਬਾਅਦ ਕਿਸਾਨ ਵਿਰੋਧੀ ਆਰਡੀਨੈਂਸ ਹੋ ਗਏ। ਕਿਵੇਂ ਦੇਖਦੇ ਹੋ ਇਹਨਾਂ ਆਰਡੀਨੈਂਸਾਂ ਨੂੰ ਤੇ ਮੰਡੀ ਬੋਰਡ ਤੇ ਅਸਰ ਕੀ ਪੈਣਾ ਇਹਦਾ? ਦੇਖੋ, ਗੱਲ ਇਹ ਹੈ, ਇਹ ਜਿਹੜਾ ਐਕਟ ਬਣ ਗਿਆ ਪਹਿਲਾਂ ਆਰਡੀਨੈਂਸ ਜੀ, ਇਹ ਪੰਜਾਬ ਦੀ ਬਰਬਾਦੀ ਦਾ ਪ੍ਰਤੀਕ ਹੈ, ਕਿਸਾਨ ਦੀ ਬਰਬਾਦੀ ਦਾ ਪ੍ਰਤੀਕ ਹੈ। ਪੰਜਾਬ 'ਚ ਇਕੱਲਾ ਮੰਡੀਕਰਨ ਸਿਸਟਮ ਹਰਿਆਣੇ ਤੇ ਪੰਜਾਬ 'ਚ ਹੈ। ਇਹ ਇਸ ਕਰਕੇ ਆਇਆ ਕਿ ਉਸ ਵੇਲੇ ਇਕੱਠਾ ਸੀ 1961 'ਚ ਪੰਜਾਬ ਤੇ ਹਰਿਆਣਾ, ਇਹ ਦੋਨੋਂ ਪਾਸੇ ਲਾਗੂ ਹੈ। ਔਰ ਇਹ ਕਿਤੇ ਵੀ ਹੈ ਨਹੀਂ ਹਿੰਦੁਸਤਾਨ 'ਚ ਮੰਡੀਕਰਨ ਸਿਸਟਮ, ਜਿਹੜਾ ਜਿੰਨਾ ਸਾਡਾ ਇੱਥੇ ਇਨਫਰਾਸਟਰਕਚਰ ਹੈ। ਸਾਡੇ 1435 ਤਾਂ ਹੈਗੇ ਖਰੀਦ ਕੇਂਦਰ ਪੰਜਾਬ 'ਚ, 151 ਸਾਡੇ ਵੱਡੇ ਵੱਡੇ ਪ੍ਰਿੰਸੀਪਲ ਯਾਰਡ, ਜਿੱਥੇ ਸ਼ੈੱਡ ਬਣੇ ਹੋਏ ਆ, ਫਰਸ਼ ਬਣੇ ਹੋਏ ਆ, ਚਾਰ ਦੀਵਾਰੀਆਂ, ਲਾਈਟਾਂ ਦਾ ਸਿਸਟਮ ਹੈ, ਹਰ ਅਰੇਂਜਮੈਂਟ ਹੈ ਕਿਸਾਨਾਂ ਵਾਸਤੇ, ਉਹਨਾਂ ਦੀ ਫਾਇਦੇ ਵਾਸਤੇ। ਲੋਕਾਂ ਨੇ ਦੁਕਾਨਾਂ ਬਣਾਈ ਹੋਈਆਂ, ਬਹੁਤ ਵੱਡੇ ਵੱਡੇ ਯਾਰਡ ਬਣਾਏ ਹੋਏ ਆ। 284 ਸਬ ਯਾਰਡ ਹੈ ਪੰਜਾਬ 'ਚ। 13,000 ਤੋਂ ਵੀ ਜ਼ਿਆਦਾ ਜ਼ਮੀਨ ਜਿਹੜੀ ਹੈ ਉਹ ਕਵਰ ਹੋਈ ਵੀ, ਉਹ ਸਾਰਾ ਮੰਡੀ ਬੋਰਡ ਦਾ ਕਰੋੜਾਂ ਰੁਪਏ ਉਸ 'ਤੇ ਲੱਗਿਆ ਹੋਇਆ। ਇਹ ਸਾਰਾ ਕੁਝ ਬੇਕਾਰ ਹੋ ਜਾਣਾ, ਕਿਉਂਕਿ ਜਿਹੜਾ ਇਹ ਐਕਟ ਹੈ ਉਹ ਇਹ ਕਹਿੰਦਾ ਵੀ ਕਿਸੇ ਲਾਇਸੈਂਸ ਦੀ ਲੋੜ ਨਹੀਂ। ਸਾਰਾ ਕੁਝ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਸੌਂਪਣ ਲੱਗੇ ਆ, ਕਿਸੇ ਫੀਸ ਦੇਣ ਦੀ ਲੋੜ ਨਹੀਂ, ਕੋਈ ਆੜਤ ਦੇਣ ਦੀ ਲੋੜ ਨਹੀਂ। ਪ੍ਰਾਈਵੇਟ ਆਦਮੀ ਜਿੱਥੋਂ ਮਰਜ਼ੀ ਜਾਵੇ ਖਰੀਦ ਲਵੇ, ਕਿਤੇ ਪੁੱਛ ਪੜਤਾਲ ਦੀ ਲੋੜ ਨਹੀਂ। ਮੇਰਾ ਕਹਿਣ ਤੋਂ ਭਾਵ ਇਹ ਵੀ ਜਿਹੜਾ ਇਹ ਬਣਾਇਆ ਉਹ ਸਾਰਾ ਕੁਝ ਬੇਕਾਰ ਹੋ ਜਾਣਾ। ਔਰ ਪੰਜਾਬ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ, ਪੰਜਾਬ ਦੀ ਸਾਰੀ ਇਕੋਨਮੀ ਜਿਹੜੀ ਹੈ ਉਹ ਖੇਤੀਬਾੜੀ 'ਤੇ ਨਿਰਭਰ ਕਰਦੀ। ਸਾਡੇ ਧਰਤੀ 'ਚ ਨਾ ਲੋਹਾ ਹੈ, ਨਾ ਕੋਲਾ ਹੈ, ਨਾ ਲੂਣ ਹੈ, ਨਾ ਕੋਈ ਖਣਿਜ ਪਦਾਰਥ ਹੈ, ਨਾ ਕੋਈ ਪੱਥਰ ਹੈ, ਨਾ ਤੇਲ ਹੈ। ਇੱਥੇ ਸਿਰਫ ਫਸਲ ਹੀ ਪੈਦਾ ਹੁੰਦੀ ਹੈ। ਔਰ ਪੰਜਾਬ ਦੀ ਬਹੁਤ ਵੱਡੀ ਦੇਣ ਹੈ ਇਸ ਦੇਸ਼ ਵਾਸਤੇ। ਪੰਜਾਬ ਨੇ ਗ੍ਰੀਨ ਰੈਵੋਲਿਊਸ਼ਨ ਲਿਆਂਦਾ। ਜਦੋਂ ਹਿੰਦੁਸਤਾਨ ਦੀ ਆਬਾਦੀ ਅੱਜ ਤੋਂ 60-70 ਸਾਲ ਪਹਿਲਾਂ ਇਸ ਤੋਂ ਚੌਥਾ ਹਿੱਸਾ ਸੀ, ਉਸ ਵੇਲੇ ਸਾਡੇ ਕੋਲ ਖਾਣ ਨੂੰ ਪੈਸੇ ਦਾਣੇ ਨਹੀਂ ਸੀ ਹੁੰਦੇ। ਅਸੀਂ ਅਮਰੀਕਾ ਤੋਂ, ਦੂਜੇ ਮੁਲਕਾਂ ਤੋਂ ਲੋਕਾਂ ਦਾ ਢਿੱਡ ਭਰਨ ਵਾਸਤੇ ਮੰਗਵਾਉਂਦੇ ਸੀ। ਅੱਜ ਹਿੰਦੁਸਤਾਨ ਦੀ ਆਬਾਦੀ 130 ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਅਸੀਂ ਬਾਹਰੋਂ ਅਨਾਜ ਨਹੀਂ ਮੰਗਵਾਉਂਦੇ, ਅਸੀਂ ਬਾਹਰ ਅਨਾਜ ਭੇਜਦੇ ਹਾਂ। ਇਹ ਦੇਣ ਪੰਜਾਬ ਦੇ ਕਿਸਾਨ ਦੀ ਹੈ, ਪੰਜਾਬ ਦੇ ਗ੍ਰੀਨ ਰੈਵੋਲਿਊਸ਼ਨ ਦੀ ਹੈ। ਔਰ ਤੁਸੀਂ ਦੇਖੋ ਹਾਂਜੀ, ਉਸ ਪੰਜਾਬ ਦੇ ਕਿਸਾਨ ਨੂੰ ਹੁਣ ਇਹ ਜਿਹੜਾ ਐਕਟ ਹੈ ਭਿਖਾਰੀ ਬਣਾਉਣ ਵਾਸਤੇ ਲੱਗਿਆ। ਭਿਖਾਰੀ ਪਿਛਲੇ ਸਾਲ ਦੇ ਮੈਂ ਤੁਹਾਨੂੰ ਅੰਕੜੇ ਦਿੰਦਾ, ਜਿਹੜੀ ਪੰਜਾਬ ਦੀ ਇਕੋਨਮੀ ਹੈ ਉਸਦੇ ਸਿਰ 'ਤੇ ਚੱਲਦੀ ਹੈ ਮੰਡੀ ਬੋਰਡ 'ਤੇ। ਪਿਛਲੇ ਸਾਲ 19-20 ਦੇ ਜਿਹੜੀ ਇਨਕਮ ਹੈ ਮੰਡੀ ਬੋਰਡ 'ਤੇ ਆੜਤ ਦੀ, ਜਿਹੜੀ ਦੂਜੀਆਂ ਤੋਂ ਫੀਸ ਹੈ ਰੂਰਲ ਡਿਵੈਲਪਮੈਂਟ ਫੰਡ ਦੀ, 3626 ਕਰੋੜ ਰੁਪਏ ਇੱਕ ਸਾਲ ਦੀ ਆਮਦਨ ਸਰਕਾਰ ਤੇ ਮੰਡੀ ਬੋਰਡ ਤੋਂ ਹੋਈ ਹੈ। ਇੱਥੇ 36,000 ਆੜਤੀ ਹੈ ਪੰਜਾਬ 'ਚ ਜਿਹੜਾ ਇਸ ਕੰਮ 'ਚ ਬਿਜ਼ਨਸ ਇਨਵੋਲਵ ਹੈ। 1611 ਕਰੋੜ ਰੁਪਏ ਉਹਨਾਂ ਨੂੰ ਮਿਲਿਆ, ਉਹ ਵੀ ਖਤਮ ਹੋ ਜਾਣਾ। ਇੱਥੇ 3 ਲੱਖ ਦੇ ਕਰੀਬ ਜਿਹੜੇ ਲੇਬਰ ਇਹਦੇ 'ਚ ਇਨਵੋਲਵ ਹੈ, ਜਿਹੜੀ ਕੰਮ ਕਰਦੀ ਹੈ ਤਲਾਈ ਦਾ, ਚਰਾਈ ਦਾ, ਹਾਂਜੀ ਚਕਾਈ ਦਾ, ਉਹ ਉਹਨਾਂ ਨੂੰ 1100 ਕਰੋੜ ਰੁਪਇਆ ਪਿਛਲੇ ਉਸ ਸਾਲ 'ਚ ਮਿਲਿਆ, ਉਹ ਵੀ ਖਤਮ ਹੋ ਜਾਣਾ। ਟਰਾਂਸਪੋਰਟਰ ਦਾ ਕੰਮ ਖਤਮ ਹੋ ਜਾਣਾ। ਪੰਜਾਬ ਦੀ ਸਾਰੀ ਇਕੋਨਮੀ ਤਬਾਹ ਹੋ ਜਾਣੀ ਹੈ। ਪੰਜਾਬ ਦੇ ਅੰਦਰ ਜਿੰਨਾ ਨੈਟਵਰਕ ਬਣਿਆ ਹੋਇਆ ਨਾ ਸੜਕਾਂ ਦਾ, ਪਿੰਡਾਂ 'ਚ, ਸਾਰੇ ਹਿੰਦੁਸਤਾਨ 'ਚ ਕਿਸੇ ਸੂਬੇ 'ਚ ਵੀ ਹੈ ਨਹੀਂ, ਇਹ ਸਿਰਫ ਪੰਜਾਬ 'ਚ ਹੈ। 71,000 ਕਿਲੋਮੀਟਰ ਸੜਕਾਂ ਇਸ ਆਮਦਨ ਨਾਲ ਪੰਜਾਬ ਦੇ ਵਿੱਚ ਬਣੀਆਂ। ਔਰ ਹਰ 6 ਸਾਲ ਬਾਅਦ ਪ੍ਰੀਮਿਕਸ ਪਾ ਕੇ ਨਵੇਂ ਸਿਰੇ 'ਤੇ ਬਣਾਉਣਾ। ਪਿਛਲੇ 2 ਸਾਲ 'ਚ 3,000 ਕਰੋੜ ਰੁਪਈਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹਨਾਂ ਇਸ ਨੈਟਵਰਕ ਨੂੰ ਸਹੀ ਢੰਗ ਨਾਲ ਲਿਆਉਣ ਵਾਸਤੇ ਤਿਆਰ ਕੀਤਾ। 750 ਕਰੋੜ ਰੁਪਈਆ ਮੰਡੀਆਂ ਦੇ ਵਿਕਾਸ ਵਾਸਤੇ ਪਿਛਲੇ 10 ਸਾਲ 'ਚ ਨਹੀਂ ਹੋਇਆ। ਪਿਛਲੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਜੀ ਨੇ 750 ਕਰੋੜ ਰੁਪਈਆ ਪਿਛਲੇ 2 ਸਾਲਾਂ 'ਚ ਇਸ ਸਿਸਟਮ ਨੂੰ ਹੋਰ ਵਧੀਆ ਬਣਾਉਣ ਵਾਸਤੇ ਖਰਚ ਕੀਤਾ। ਉਹ ਸਾਰਾ ਕੁਝ ਬੇਕਾਰ ਹੋ ਜਾਣਾ, ਸਾਰਾ ਕੁਝ ਬੇਕਾਰ ਹੋ ਜਾਣਾ। ਪੰਜਾਬ ਦੀ ਇਕੋਨਮੀ ਤਬਾਹ ਹੋ ਜਾਣੀ ਹੈ, ਪੰਜਾਬ ਦਾ ਕਿਸਾਨ ਤਬਾਹ ਹੋ ਜਾਣਾ, ਪੰਜਾਬ ਦਾ ਆੜਤੀ ਤਬਾਹ ਹੋ ਜਾਣਾ, ਪੰਜਾਬ ਦੀ ਲੇਬਰ ਜਿਹੜੀ ਹੈ ਭੁੱਖੀ ਮਰਨ ਲੱਗ ਜਾਊਗੀ।
ਮਕਸਦ ਕੀ ਹੈ ਕਿ ਇੱਕ ਦੇਸ਼ ਇੱਕ ਬਾਜ਼ਾਰ, ਇਹ ਨਾਰਾ ਦਿਆ ਪਾਸਵਾਨ ਜੀ ਨੇ। ਬਿਹਾਰ 'ਚ ਜਿਹੜਾ ਇੱਕ ਕਿਸਾਨ ਹੈ ਉਸ ਦੀ ਪਰ ਮੰਥ ਐਵਰੇਜ ਆਮਦਨ ਹੈ 7,175 ਰੁਪਈਏ, 17,175 7,175 ਰੁਪਈਏ। ਪੰਜਾਬ ਦੇ ਕਿਸਾਨ ਦੀ ਆਮਦਨ ਹੈ 23,133 ਰੁਪਈਏ ਪਰ ਮੰਥ ਪਰ ਪਰਿਵਾਰ, ਔਰ ਹਰਿਆਣੇ 'ਚ ਹੈਗੀ 18,496 ਰੁਪਏ। ਹੁਣ ਜੇ ਇੱਕ ਬਰਾਬਰ ਲੈਣਾ ਹੈ, ਮੇਰਾ ਮਤਲਬ ਅੱਜ ਬਿਹਾਰ ਦਾ ਜਿਹੜਾ ਲੇਬਰ ਆ ਪੰਜਾਬ 'ਚ ਆ ਕੇ ਕੰਮ ਕਰਦਾ ਨਾ, ਉਹਨਾਂ ਦਾ ਮਕਸਦ ਹੈ ਅਗਲੀ ਵਾਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਲੇਬਰ ਜਾ ਕੇ ਬਿਹਾਰ 'ਚ ਕਰੇ, ਉਹਦੇ ਬਰਾਬਰ ਲਿਆ ਕੇ ਖੜਾ ਕਰਨਾ। ਇਹ ਪਤਾ ਨਹੀਂ ਕਿਉਂ ਹੱਥ ਧੋ ਕੇ ਪਏ ਆ ਪੰਜਾਬ ਦੇ ਪਿੱਛੇ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ, ਤੁਹਾਨੂੰ ਮੈਂ ਦੱਸਦਾ, ਮੈਂ ਮਹਿਸੂਸ ਕਰਦਾ ਕਿ ਮੋਦੀ ਸਾਹਿਬ ਨੂੰ ਬਹੁਤ ਵੱਡੀ ਤਕਲੀਫ ਹੈ ਪੰਜਾਬ ਨਾਲ। ਉਹ ਇਹ ਹੈ ਕਿ ਮੋਦੀ ਲਹਿਰ ਪਰ ਚਾਹੇ 2014 ਦੀ ਗੱਲ ਕਰ ਲਓ, ਚਾਹੇ 2019 ਦੀ ਗੱਲ ਕਰ ਲਓ, ਜਿਹੜੀ ਲਹਿਰ ਚੱਲੀ 2017 'ਚ ਇਲੈਕਸ਼ਨ ਹੋਈਆਂ ਪੰਜਾਬ 'ਚ ਪਾਰਲੀਮੈਂਟ ਤੇ ਅਸੈਂਬਲੀ 'ਚ, ਸਾਰੇ ਹਿੰਦੁਸਤਾਨ 'ਚ ਮੋਦੀ 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 ਹੋਇਆ। ਕੈਪਟਨ ਅਮਰਿੰਦਰ ਸਿੰਘ ਬਹੁਤ ਐਸੀ ਸ਼ਖਸੀਅਤ ਹੈ ਜਿਹਨੇ ਮੋਦੀ ਲਹਿਰ ਰਾਜਪੁਰਾਣੀ ਟੱਪਣ ਦੀ, ਔਰ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ 77 ਸੀਟਾਂ ਪੰਜਾਬ 'ਚ ਕਾਂਗਰਸ ਜਿੱਤੀ, ਬੀਜੇਪੀ ਨੂੰ ਸਿਰਫ 3 ਮਿਲੀਆਂ। ਪਾਰਲੀਮੈਂਟ ਦੀ ਗੱਲ ਕਰ ਲਓ, 13 ਸੀਟਾਂ 'ਚੋਂ 8 ਕਾਂਗਰਸ ਲੈ ਗਈ, ਬੀਜੇਪੀ ਨੂੰ ਸਿਰਫ 2 ਮਿਲੀਆਂ। 2 ਨਹੀਂ, ਇੱਕੋ ਹੀ ਸਮਝੋ, ਇੱਕ ਤਾਂ ਸਨੀ ਦਿਓਲ ਕਰਕੇ ਲੈ ਗੁਰਦਾਸਪੁਰ ਵਾਲੇ, ਇੱਕੋ ਹੀ ਮਿਲੀ। ਇਸ ਕਰਕੇ ਮੈਂ ਮਹਿਸੂਸ ਕਰਦਾ ਇਹਨਾਂ ਨੂੰ ਬੜੀ ਢਿੱਡ ਪੀੜ ਹੈ ਕਿ ਪੰਜਾਬ 'ਚ ਮੋਦੀ ਨੂੰ ਕੋਈ ਪੁੱਛਦਾ ਨਹੀਂ। ਇਸ ਕਰਕੇ ਸਾਡਾ ਜਿਹੜੀ ਹਾਲਤ ਵਿਗਾੜਨ 'ਤੇ ਲੱਗਿਆ ਮੋਦੀ। ਅੱਜ ਤੁਸੀਂ ਡੀਜ਼ਲ ਦੀ ਗੱਲ ਕਰ ਲਓ, ਮੈਂ ਦੂਜੇ ਪਾਸੇ ਜਾਂਦਾ, ਡੀਜ਼ਲ ਕਿਉਂ ਮਹਿੰਗਾ ਹੋ ਰਿਹਾ ਪੰਜਾਬ? ਕਿਉਂਕਿ ਇਸ ਦਾ ਅਸਰ ਵੀ ਸਭ ਤੋਂ ਜ਼ਿਆਦਾ ਪੰਜਾਬ 'ਤੇ ਹੈ, ਖੇਤੀਬਾੜੀ 'ਤੇ ਹੈ। ਜਿੰਨੀ ਟਰਾਂਸਪੋਰਟ ਹੈ ਸਾਰੇ ਹਿੰਦੁਸਤਾਨ 'ਚ, ਉਹਦੇ 'ਚ 50% ਇਕੱਲਾ ਪੰਜਾਬੀ ਹੈ, ਹਾਂਜੀ, ਜਿਹੜਾ ਸਫ਼ਰ ਕਰ ਰਿਹਾ। ਤੁਸੀਂ, ਮੈਂ ਤੁਹਾਡੀ ਗੱਲ ਪੁੱਛਣਾ ਚਾਹੁੰਦਾ ਕਿ 2014 'ਚ ਮੋਦੀ ਆਇਆ, ਉਸ ਤੋਂ ਪਹਿਲਾਂ 10 ਸਾਲ ਡਾਕਟਰ ਮਨਮੋਹਨ ਸਿੰਘ ਜੀ ਰਹੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ। ਉਸ ਵੇਲੇ ਸਬਸਿਡੀ ਦਿੰਦੀ ਸੀ ਕੇਂਦਰ ਦੀ ਸਰਕਾਰ ਡੀਜ਼ਲ 'ਤੇ, ਸਸਤਾ ਦਿੰਦੀ ਸੀ, ਕਿਸਾਨ ਪੱਲੇ ਪੈਸੇ ਪਾ ਕੇ ਦਿੰਦੀ ਸੀ। ਉਹਦਾ ਅਸਰ ਇਹ ਹੋਇਆ ਕਿ ਜਿਹੜੀਆਂ ਸਰਕਾਰੀ 4 ਕੰਪਨੀਆਂ ਵੱਡੀਆਂ, ਹਾਂਜੀ, ਇੰਡੀਅਨ ਆਇਲ, ਹਿੰਦੁਸਤਾਨ ਪੈਟਰੋਲੀਅਮ, ਭਾਰਤ ਪੈਟਰੋਲੀਅਮ, ਇਹ ਸਬਸਿਡੀ ਸਿਰਫ ਉਹਨਾਂ ਨੂੰ ਮਿਲਦੀ ਸੀ ਤੇ ਮੁਕੇਸ਼ ਅੰਬਾਨੀ ਨੂੰ ਨਹੀਂ ਸੀ ਮਿਲਦੀ। ਉਹ ਵੀ ਪਹਿਲੇ, ਉਹਦਾ ਵੀ ਕਾਰੋਬਾਰ ਤੇਲ ਦਾ ਆਪਣੀਆਂ ਸਾਰਾ ਕੁਛ ਹੈਗਾ। ਉਹਦਾ ਨਤੀਜਾ ਪੰਜਾਬ ਦੇ ਵਿੱਚ ਬਹੁਤ ਨਤੀਜਾ ਇਹ ਹੋਇਆ ਕਿ ਉਹਦੇ ਸਾਰੇ ਪੈਟਰੋਲ ਪੰਪ ਬੰਦ ਹੋ ਗਏ ਹਿੰਦੁਸਤਾਨ 'ਚ। ਤੁਸੀਂ ਯਾਦ ਹੋਣਾ, ਚਾਹੇ ਬੰਦ ਹੋ ਗਏ, ਪਹਿਲਾਂ ਬੰਦ ਪਏ ਸੀ ਬੰਦ ਹੋ ਗਏ। ਜਦੋਂ ਆਈ 14 ਦੀ ਇਲੈਕਸ਼ਨ, ਮੋਦੀ ਸਾਹਿਬ ਨਾਲ ਉਹਨੇ ਟਾਈ ਅਪ ਕਰਕੇ ਮਦਦ ਕੀਤੀ ਕਿਸ ਤਰੀਕੇ ਨਾਲ, ਤਾਂ ਉਹ ਦੱਸੂ। ਹਾਂਜੀ, ਮੋਦੀ ਸਾਹਿਬ ਨੇ ਆ ਕੇ ਸਾਰੀ ਸਬਸਿਡੀ ਬੰਦ ਕਰਤੀ, ਉਹ ਬਾਕੀ ਜਿਹੜੀਆਂ 4 ਕੰਪਨੀਆਂ ਸਾਰੀ ਬੰਦ ਕਰਤੀ। ਤੇ ਉਹਦਾ ਫਾਇਦਾ ਕਿਹਨੂੰ ਹੋਇਆ? ਮੁਕੇਸ਼ ਅੰਬਾਨੀ ਨੂੰ। ਕਿਉਂ? ਉਹ ਐਟ ਪਾਰ ਆ ਗਿਆ, ਉਹਦੇ ਸਾਰੇ ਪੰਪ ਚੱਲ ਪਏ, ਚੱਲਦੇ ਨਹੀਂ। ਜਿੱਦਾਂ ਇਕੱਲੇ ਮੁਕੇਸ਼ ਅੰਬਾਨੀ ਨੂੰ ਦਾ ਢਿੱਡ ਭਰਨ ਵਾਸਤੇ ਸਾਰੇ ਹਿੰਦੁਸਤਾਨ ਦੇ ਲੋਕਾਂ ਦਾ ਗਲ ਘੋਟਤਾ ਹੈ ਜੀ। ਔਰ ਦੂਜੇ ਪਾਸੇ ਅੱਜ ਸਾਰੇ ਸਪਲਾਈ ਤੇ ਡਿਮਾਂਡ ਦਾ ਇਸ਼ੂ ਹੈ ਬਹੁਤ ਵੱਡਾ। ਤੇਲ ਜਿਹੜਾ ਹੈ ਉਹਦੀ ਡਿਮਾਂਡ ਘਟ ਗਈ ਕਰੋਨਾ ਕਰਕੇ, ਸਾਰੀ ਦੁਨੀਆ 'ਚ ਘਟ ਗਈ। ਵੱਡੀ ਗੱਡੀਆਂ ਬੰਦ ਹੋ ਗਈਆਂ, ਟ੍ਰੇਨਾਂ ਬੰਦ ਹੋ ਗਈਆਂ, ਜਹਾਜ਼ ਬੰਦ ਹੋ ਗਏ, ਆਵਾਜਾਈ ਰੁਕ ਗਈ, ਡਿਮਾਂਡ ਘਟ ਗਈ, ਸਪਲਾਈ ਉਨੀ ਸੀ। ਇਸ ਕਰਕੇ ਜਿਹੜੇ ਮੁਲਕਾਂ 'ਚ ਕੱਚਾ ਤੇਲ ਪੈਦਾ ਹੁੰਦਾ ਔਰ ਬੰਦ ਨਾ ਹੋਣ, ਉਹਨਾਂ ਨੇ ਡੀਜ਼ਲ ਦਾ ਰੇਟ ਪਾਣੀ ਦੇ ਬਰਾਬਰ ਕਰਤਾ ਹੈ ਜੀ। ਇਹ ਸਾਰੀ ਦੁਨੀਆ ਨੂੰ ਪਤਾ, ਪਰ ਇੱਥੇ ਤੇ ਰੇਟ ਵੱਧਦਾ ਜਾ ਰਿਹਾ, ਵੱਧ ਰਿਹਾ ਤੁਹਾਡੇ ਸਾਹਮਣੇ। ਇਹ ਹੈਰਾਨੀ ਵਾਲੀ ਗੱਲ ਹੈ। ਉਹ ਕਿਉਂ? ਉਹਦਾ ਫਾਇਦਾ ਜਾਂ ਤਾਂ ਸਰਕਾਰ ਨੂੰ ਹੋ ਰਿਹਾ ਜਾਂ ਮੁਕੇਸ਼ ਅੰਬਾਨੀ ਨੂੰ ਹੋ ਰਿਹਾ। ਸਰਕਾਰ ਨੂੰ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ, ਇਹ ਮੁਕੇਸ਼ ਅੰਬਾਨੀ ਕਰਕੇ ਸਾਰੇ ਹਿੰਦੁਸਤਾਨ ਦਾ ਗਲਾ ਘੋਟੀ ਫਿਰਦੇ ਆ। ਇਹਨਾਂ ਦੀ ਸੋਚ ਇਹ ਹੈ ਵੀ ਸਾਰਾ ਸਿਸਟਮ ਜਿਹੜਾ ਨਿੱਜੀਕਰਨ ਕਰ ਦੇਣਾ, ਪਾਵਰ ਨੂੰ ਨਿੱਜੀਕਰਨ 'ਚ ਕਰ ਦੇਣਾ, ਰੇਲਵੇ ਨੂੰ ਨਿੱਜੀਕਰਨ 'ਚ ਕਰ ਦੇਣਾ, ਇੰਡੀਅਨ ਜਿਹੜੀ ਏਅਰ ਇੰਡੀਆ ਉਹਨੂੰ ਨਿੱਜੀਕਰਨ ਕਰ ਦੇਣਾ। ਮਤਲਬ ਇਹ ਹੈ ਵੀ ਸਾਰਾ ਕੁਛ ਵੱਡੇ ਵੱਡੇ ਅਦਾਰਿਆਂ ਨੂੰ, ਇਹ ਖੇਤੀਬਾੜੀ ਵਾਲਾ ਵੀ ਇਹਦੇ ਨਾਲ ਹੀ ਜੁੜਿਆ ਵਾ, ਇਹ ਵੀ ਪ੍ਰਾਈਵੇਟ ਅਦਾਰਿਆਂ ਨੂੰ ਦੇ ਦੇਣਾ ਅਤੇ ਸਰਕਾਰ ਵਿਹਲੀ ਹੋ ਜੂ। ਇਹ ਫਿਰ ਮੌਜਾਂ ਕਰਿਆ ਕਰੇ। ਮੈਂ ਸਮਝਦਾ ਮੋਦੀ ਸਾਹਿਬ ਜਿਹੜੇ ਕਥਾ ਕਰਿਆ ਕਰਨਗੇ, ਮੇਰੀ ਸੁਣ ਲਓ ਗੱਲ। ਮੈਂ ਸਮਝਦਾ ਪ੍ਰਧਾਨ ਮੰਤਰੀ ਨਾਲੋਂ ਕਥਾਵਾਚਕ ਜ਼ਿਆਦਾ ਵਧੀਆ ਲੱਗਦਾ, ਬੜੀ ਵਧੀਆ ਕਥਾ ਕਰਦਾ। ਅਤੇ ਮੈਂ ਸਮਝਦਾ ਸਾਰੀ ਜਿਹੜੀ ਕੈਬਨਿਟ ਹੈ ਇਹ ਕੀਰਤਨ ਕਰਿਆ ਕਰੂ, ਵਿਹਲੇ ਹੋ ਜਾਣਗੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ, ਇਹ ਕਥਾ ਕਰਿਆ ਕਰੂ। ਤਾਂ ਮੈਂ ਇਹ ਸਮਝਦਾ ਪੰਜਾਬ ਦੀ ਨਹੀਂ, ਇਕੱਲੇ ਸਾਰੇ ਹਿੰਦੁਸਤਾਨ ਦੀ ਬਦਕਿਸਮਤੀ ਹੈ। ਬੀਜੇਪੀ ਪੰਜਾਬ ਦੇ ਨਹੀਂ, ਸਾਰੇ ਹਿੰਦੁਸਤਾਨ ਦੇ
ਕਿਸਾਨਾਂ ਦਾ ਗਲਾ ਘੋਟ ਰਿਹਾ ਹੈ। ਔਰ ਮੈਨੂੰ ਅਫਸੋਸ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੈ ਕਿ ਉਹਨਾਂ ਨੇ ਬੇਵਕਤੀ ਉਹ ਫੈਸਲਾ ਨਹੀਂ ਲੈ ਸਕੇ। ਟ੍ਰੇਨ ਖੁੰਝ ਗਈ, ਲੇਟ ਹੋ ਗਏ। अस्तीफा भी देता चेयरमैन साहब, अस्तीफा देता हूँ। अब पछताए क्या होता है जब चिड़िया चुग गई खेत। हाँ जी, सो गल ये है ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਵਾਜ਼ ਮਾਰੀ ਵੀ ਆਓ ਇਕੱਠੇ ਹੋ ਕੇ ਇਹਦਾ ਵਿਰੋਧ ਕਰੀਏ, ਉਹ ਕਹਿੰਦਾ ਨਹੀਂ, ਇਹ ਬਹੁਤ ਵਧੀਆ ਐਕਟ ਹੈ, ਡਿਫੈਂਡ ਕਰਦਾ ਰਿਹਾ। ਹਾਂਜੀ, ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਜਾਂ ਜਾਣ ਕੇ ਕਰਦਾ ਰਿਹਾ, ਉਹਦੀ ਮਜਬੂਰੀ ਸੀ। ਸਰਕਾਰ 'ਚ ਇੱਕ ਕੁਰਸੀ ਮਿਲੀ ਹੋਈ ਸੀ, ਉਹਨੂੰ ਛੱਡਣਾ ਨਹੀਂ ਸੀ ਚਾਹੁੰਦਾ। ਹੁਣ ਆ ਕੇ ਪਾਸਾ ਵਰਤ ਲਿਆ। ਇਸ ਕਰਕੇ ਵੀ ਸਾਰੀ ਦੁਨੀਆ ਖੜੀ ਹੋ ਗਈ, ਸਾਰਾ ਪੰਜਾਬ ਦਾ ਕਿਸਾਨੀ ਖੜੀ ਹੋ ਗਈ। ਉਹਨਾਂ ਕਿਹਾ ਵੀ ਘਰੋਂ ਕਰਾਂਗੇ, ਅਸੀਂ ਬਣਨਾ ਬੰਦ ਕਰ ਦਾਂਗੇ। ਫੈਸਲਾ ਬਦਲ ਲਿਆ, ਪਰ ਬੇਵਕਤੀ ਹੈ। ਹੁਣ ਬੇਵਕਤਾ ਢੋਲ, ਬੇਸੁਰਾ ਢੋਲ ਜਿੰਨਾ ਮਰਜ਼ੀ ਵਜਾਈ ਚਲੋ। NDA ਦੇ ਇਕੱਠ 'ਚ ਸ਼੍ਰੋਮਣੀ ਅਕਾਲੀ ਦਲ ਦੀ ਤੂਤੀ ਦੀ ਕੋਈ ਆਵਾਜ਼ ਸੁਣਨ ਵਾਲਾ ਮੈਨੂੰ ਲੱਗਦਾ ਨਹੀਂ। NDA ਦਾ ਹਿੱਸਾ ਤਾਂ ਹਲੇ ਵੀ ਅਕਾਲੀ ਦਲ ਹੈਗਾ। ਇਹ ਵੀ ਬੜੀ ਬਦਕਿਸਮਤੀ ਹੈ। ਉਹਨਾਂ ਨੂੰ ਸੋਚਣਾ ਪਊ ਕਿ ਉਹਨਾਂ ਦੇ ਨਾਲ ਹੀ ਗੱਡੀ ਚੜ੍ਹਦਾ ਕੋਈ ਵੀ। ਮੈਂ ਸਮਝਦਾ ਜਿਹੜਾ ਕਿਸਾਨੀ ਨਾਲ ਤਾਲੁਕ ਰੱਖਦਾ ਹੈ, ਚਾਹੇ ਉਹ ਕਿਸੇ ਵੀ ਧਰਮ ਨਾਲ ਤਾਲੁਕ ਰੱਖਦਾ, BJP ਨੂੰ ਕਦੇ ਵੋਟ ਨਹੀਂ ਪਾਊਗਾ। ਜੇ BJP ਨਾਲ ਜੱਫੀ ਪਾ ਕੇ ਰੱਖਣੀ, ਇਹਨਾਂ ਦਾ ਵੀ ਨਾਲ ਪਹਿਲਾਂ ਹੀ ਸਫਾਇਆ ਹੋ ਗਿਆ। ਬਾਕੀ ਰਹਿੰਦਾ ਖੁੰਦਾ ਇਹਨਾਂ ਨੇ ਧਰਮ ਦੇ ਨਾਂ 'ਤੇ ਵੀ, ਕਿਸਾਨੀ ਦੇ ਨਾਂ 'ਤੇ ਹਮੇਸ਼ਾ ਸਰਕਾਰਾਂ ਬਣਾਈਆਂ, ਕਿਸਾਨਾਂ ਤੋਂ ਵੀ ਦੂਰ ਹੋ ਗਏ। ਅੱਜ ਕਿਸਾਨਾਂ ਦਾ ਜੇ ਮਸੀਹਾ ਬਣ ਕੇ ਉੱਭਰਿਆ ਤਾਂ ਕੈਪਟਨ ਅਮਰਿੰਦਰ ਸਿੰਘ ਉੱਭਰਿਆ। ਤੁਸੀਂ ਦੇਖੋ ਸਾਰੇ ਹਿੰਦੁਸਤਾਨ 'ਚ ਜਿੰਨੀਆਂ BJP ਦੀਆਂ ਸਰਕਾਰਾਂ, ਕਿਤੇ ਵੀ 1 ਲੱਖ ਤੋਂ ਵੱਧ ਕਰਜ਼ਾ ਮਾਫ ਨਹੀਂ ਕਰਿਆ। ਸਿਰਫ ਕੈਪਟਨ ਅਮਰਿੰਦਰ ਸਿੰਘ ਬਾਹਰ ਸ਼ਖਸੀਅਤ ਜਿਹੜੇ 2 ਲੱਖ ਰੁਪਏ ਦਾ ਕਰਜ਼ਾ ਮਾਫ ਕਰਿਆ, ਔਰ 5000 ਕਰੋੜ ਰੁਪਏ ਤੋਂ ਹੁਣ ਤੱਕ ਮਾਫ ਕਰ ਚੁੱਕੇ ਆ। ਔਰ ਜਿੱਥੇ ਚਾਹੇ ਖਰੀਦ ਦੀ ਗੱਲ ਕਰ ਲਓ, ਕਿਸਾਨਾਂ ਦੀਆਂ ਜਿੰਨੀਆਂ ਖਰੀਦਾਂ ਹੋਈਆਂ ਪਿਛਲੀ ਸਰਕਾਰ 'ਚ ਵੀ ਅੱਜ ਲੋਕ ਯਾਦ ਕਰਦੇ ਆ ਵੀ 10 ਖਰੀਦਾਂ 'ਚ ਕਿਸੇ ਕਿਸਾਨ ਨੂੰ ਇੱਕ ਰਾਤ ਨਹੀਂ ਕੱਟਣੀ ਪਈ। ਹੁਣ ਵੀ ਪਿੱਛੇ ਤੁਸੀਂ ਦੇਖਿਆ ਕਰੋਨਾ ਦੇ ਹਾਲਾਤ 'ਚ ਵੀ ਹੁੰਦੇ ਹੋਏ ਵੀ 127 ਲੱਖ ਮੈਟ੍ਰਿਕ ਟਨ ਜਿਹੜੀ ਹੈ ਕੇਂਦਰ ਪੂਲ 'ਚ 1.5 ਮਹੀਨੇ 'ਚ ਇਕੱਠੀ ਕਰਕੇ ਦੇਤੀ। ਸਭ ਤੋਂ ਵੱਡੀ ਪ੍ਰਾਪਤੀ, ਸਾਰਾ ਸਿਹਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਇਸ ਗੱਲ 'ਤੇ ਜਾਂਦਾ ਕਿ ਲੱਖਾਂ ਬੰਦਾ ਇਨਵੋਲਵ ਹੈ, ਕਿਸਾਨ ਇਨਵੋਲਵ ਹੈ, ਖੇਤ ਮਜ਼ਦੂਰ ਇਨਵੋਲਵ ਹੈ, ਆੜ੍ਹਤੀਆ ਉਹਦੇ ਕਰਿੰਦੀਆਂ ਸਾਰੀਆਂ ਏਜੰਸੀਆਂ, ਖਰੀਦ ਏਜੰਸੀਆਂ, DC, SD, ਉਹਨਾਂ ਦਾ ਅਮਲਾ ਪਹਿਲਾਂ ਲੱਖਾਂ ਬੰਦੇ ਇਨਵੋਲਵ ਸੀਗੀ ਖਰੀਦ ਦੇ ਅੰਦਰ। ਇੱਕ ਬੰਦਾ ਬਿਮਾਰ ਨਹੀਂ ਹੋਇਆ ਕਰੋਨਾ 'ਚ। ਇੰਨੇ ਵਧੀਆ ਪ੍ਰਬੰਧ ਉਹਨਾਂ ਦੀ ਦੇਖ ਰੇਖ 'ਚ ਉਹਨਾਂ ਦੀ ਰਹਿਣਾ। ਉਹਨਾਂ ਕੋਲ ਖੇਤੀਬਾੜੀ ਦਾ ਮਹਿਕਮਾ ਆਪਣਾ ਉਹਨਾਂ ਕੋਲ ਹੈ, ਉਹਨਾਂ ਦੀ ਦੇਖ ਰੇਖ 'ਚ, ਉਹਨਾਂ ਦੀ ਡਾਇਰੈਕਸ਼ਨ 'ਚ ਇਹ ਸਾਰਾ ਕੁਝ ਹੋਇਆ। ਅੱਜ ਕਿਸਾਨ ਜਿਹੜਾ ਸਮਝਦਾ ਵੀ ਸਾਡਾ ਵਸੀਲਾ ਅਸਲੀ ਕੈਪਟਨ ਅਮਰਿੰਦਰ ਸਿੰਘ ਹੈ, ਜਿਸ ਦੇ ਕਾਰਨ, ਜਿਸ ਕਿਸਾਨੀ ਦੇ ਸਿਰ 'ਤੇ, ਜਿਸ ਪੰਥ ਦੇ ਸਿਰ 'ਤੇ ਸ਼੍ਰੋਮਣੀ ਅਕਾਲੀ ਦਾ ਰਾਜ ਕਰਦਾ ਰਿਹਾ, ਉਹ ਦੋਨੋਂ ਗੱਲਾਂ ਭੁੱਲ ਗਿਆ, ਖਤਮ ਕਰ। ਚੇਅਰਮੈਨ ਸਾਹਿਬ, ਹੁਣ ਇਹ ਵੀ ਹੈਗਾ ਕਿ ਤੁਹਾਡੇ ਆਪਣੇ ਵਿਧਾਇਕ ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਨਾਗਰਾ ਨੇ, ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ। ਅਸਤੀਫੇ ਨੂੰ ਕਿਵੇਂ ਦੇਖਦੇ ਆ? ਜ਼ਰੂਰਤ ਕੀ ਸੀਗੀ ਕਿ ਅਸਤੀਫਾ, ਕਿਉਂਕਿ ਉਹ ਸੱਤਾ ਦੇ ਵਿੱਚ, ਪੰਜਾਬ ਦੇ ਵਿੱਚ ਭਾਵਨਾ ਹੈ। ਸਵਾਲ ਅਸਤੀਫੇ ਦਾ ਨਹੀਂ, ਉਹਨਾਂ ਦੀ ਭਾਵਨਾ ਹੈ। ਉਹ ਦੁਖੀ ਹੈ ਸਾਰੇ। ਹਾਂਜੀ, ਜਿਹੜਾ ਕਿਸਾਨੀ ਦੇ ਨਾਲ, ਸਾਨੂੰ ਕਿਸਾਨਾਂ ਦੇ ਸਿਰ 'ਤੇ ਸਾਰਾ ਕੁਝ ਮਿਲਿਆ, ਅਸੀਂ ਕਿਸਾਨਾਂ ਨੂੰ ਧੋਖਾ ਕਿਸ ਤਰ੍ਹਾਂ ਦੇ ਸਕਦੇ ਹਾਂ? ਠੀਕ ਕਰਿਆ ਉਹਨਾਂ ਨੇ, ਫੈਸਲਾ ਕਰਿਆ। ਇਹ ਹਰ ਆਦਮੀ ਦੀ ਆਪਣੀ ਆਪਣੀ ਭਾਵਨਾ, ਉਹਨਾਂ ਨੇ ਆਪਣੀ ਭਾਵਨਾ ਜ਼ਾਹਰ ਕਰਤੀ। ਉਹਦਾ ਕਹਿਣ ਦਾ ਮਤਲਬ ਇਹ ਹੈ ਵੀ ਇਸ ਜੋ ਕੁਛ ਹੋ ਰਿਹਾ ਸਾਰੇ ਹਿੰਦੁਸਤਾਨ 'ਚ, ਇਹ ਬਹੁਤ ਘਟੀਆ, ਖਤਰਨਾਕ ਹੈ। ਅਸਤੀਫਾ ਕੋ ਬਹੁਤ ਛੋਟੀ ਚੀਜ਼। ਉਹਨਾਂ ਦਾ ਅਸਤੀਫਾ ਵੈਸੇ ਹਾਲੇ ਉਹ ਨਹੀਂ ਹੋਇਆ, ਮਨਜ਼ੂਰ ਨਹੀਂ ਹੋਇਆ। ਉਹ ਤਾਂ ਟੈਕਨੀਕਲ ਮਾਮਲਾ ਹੈ, ਤਾਂ ਸਪੀਕਰ ਸਾਹਿਬ ਉਹ ਦੇਖਣਗੇ। ਮੇਰਾ ਇਸ ਗੱਲ ਨਾਲ ਕੋਈ ਤਾਲੁਕ ਨਹੀਂ। ਮੇਰਾ ਮਤਲਬ ਉਹਨਾਂ ਨੇ ਆਪਣੀ ਇੱਕ ਭਾਵਨਾ ਜ਼ਾਹਰ ਕੀਤੀ ਹੈ, ਔਰ ਮੈਂ ਉਹਨਾਂ ਨੂੰ ਸਲਾਮ ਕਰਦਾ। ਤੁਸੀਂ ਮੰਡੀ ਬੋਰਡ ਨਾਲ ਸੰਬੰਧ ਰੱਖਦੇ ਹੋ, ਪੁਰਾਣੇ ਕਾਕ ਲੀਡਰ ਹੋ, ਆਉਣ ਵਾਲੇ ਦਿਨਾਂ 'ਚ ਕੀ ਕਰਨ ਜਾ ਰਹੇ ਹੋ ਤੁਸੀਂ? ਕਿਉਂਕਿ ਤੁਹਾਡਾ ਵੀ ਬਹੁਤ ਵੱਡਾ ਫਰਜ਼ ਬਣਦਾ ਅਗਰ ਮੰਡੀ ਬੋਰਡ ਨੂੰ ਬਚਾਉਣਾ, ਐਜ਼ ਏ ਚੇਅਰਮੈਨ ਵੀ ਤੁਹਾਡਾ ਬਹੁਤ ਵੱਡਾ, ਕੀ ਕਰਨ ਜਾ ਰਹੇ ਹੋ? ਮੈਂ ਤੁਹਾਨੂੰ ਦੱਸਦਾ, ਕੈਪਟਨ ਅਮਰਿੰਦਰ ਸਿੰਘ ਬਾਹਰ ਦੀ ਇੱਕ ਐਸੀ ਸ਼ਖਸੀਅਤ ਹੈ, ਉਹ ਕਿਸੇ ਹੱਦ ਤੱਕ ਵੀ ਜਾ ਸਕਦਾ, ਕਿਸੇ ਹੱਦ ਤੱਕ ਵੀ ਜਾ ਸਕਦਾ ਹੈ। ਉਹ ਸੁਪਰੀਮ ਕੋਰਟ ਜਾ ਸਕਦਾ ਹੈ। ਬਸ ਤੁਹਾਡੇ ਸਾਹਮਣੇ ਵਿਧਾਨ ਸਭਾ 'ਚ ਲਿਆਂਦਾ ਹੈ। ਉਹਦਾ ਮਕਸਦ ਇਹ ਸੀ, ਉਹਨੂੰ ਬੇਸ ਬਣਾਇਆ। ਉਹ ਇਸ ਵਾਸਤੇ, ਕਿਸਾਨੀ ਵਾਸਤੇ, ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ, ਹਾਂਜੀ, ਉਹ ਕਿਸੇ ਹੱਦ ਤੱਕ ਵੀ ਜਾ ਸਕਦਾ। ਕਦੇ ਵੀ ਉਹ ਪਿੱਛੇ ਹਟਣ ਵਾਲਾ ਨਹੀਂ। ਉਸ ਤੋਂ ਹੀ ਉਮੀਦਾਂ ਸਾਰੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਅਤੇ ਸਾਨੂੰ ਸਾਰਿਆਂ ਨੂੰ, ਵੀ ਇਹੀ ਪੰਜਾਬ ਨੂੰ ਬਚਾ ਸਕਦਾ, ਇਹ ਪੰਜਾਬ ਦੀ ਕਿਸਾਨੀ ਨੂੰ ਬਚਾ ਸਕਦਾ। ਔਰ ਮੈਨੂੰ ਪੂਰਾ ਭਰੋਸਾ ਹੈ ਉਹ ਕੁਛ ਨਾ ਕੁਛ ਐਸਾ ਕਰੇਗਾ ਕਿ ਸਾਰੀ ਜਿਹੜੀ NDA ਹੋਵੇ, ਮੋਦੀ ਹੋਵੇ, ਇਹ ਸਿਮਰਤ ਕੌਰ ਬਾਦਲ ਹੋਵੇ, ਸਾਰਿਆਂ ਨੂੰ ਇਕੱਲਾ ਲੜਾਈ ਲੜ ਸਕਦਾ। ਧੰਨਵਾਦ ਜੀ, ਗੱਲਬਾਤ ਕਰਨ ਲਈ ਬੜੀ ਅਹਿਮ ਜਾਣਕਾਰੀ ਤੇ ਡਾਟਾ ਦਿੱਤਾ ਤੁਸੀਂ। ਧੰਨਵਾਦ। ਥੈਂਕ ਯੂ।
ਇਹਨੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਜੀ ਕਿ ਸਿੱਧੇ ਤੌਰ ਤੇ ਐਨਡੀਏ ਨੂੰ ਜਿਹੜਾ ਨਿਸ਼ਾਨੇ ਤੇ ਲੈ ਰਹੇ ਨੇ। ਹਾਲਾਂਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਸ ਤਰੀਕੇ ਨਾਲ ਅਸਤੀਫਾ ਦਿੱਤਾ, ਉਸ ਤੋਂ ਬਾਅਦ ਹੁਣ ਇਹਨਾਂ ਦਾ ਕਹਿਣਾ ਕਿ ਬਹੁਤ ਲੇਟ ਹੋ ਗਿਆ ਅਸਤੀਫਾ ਦੇਣ ਲੱਗੇ, ਹੁਣ ਉਹ ਸਮਾਂ ਨਹੀਂ ਰਿਹਾ ਕਿ ਹੁਣ ਅਸਤੀਫਾ ਦੇਣੇ, ਪਹਿਲਾਂ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ। ਹਾਲਾਂਕਿ ਇਸ ਮੁੱਦੇ ਤੇ ਹਾਲੇ ਸਿਆਸਤ ਰੁਕੀ ਨਹੀਂ ਹੈ, ਹਾਲੇ ਸਿਆਸਤ ਇਸ ਮੁੱਦੇ ਤੇ ਲਗਾਤਾਰ ਚੱਲਦੀ ਰਹੇਗੀ ਕਿਉਂਕਿ ਆਰਡੀਨੈਂਸ ਪਾਸ ਹੋ ਚੁੱਕੇ ਨੇ, ਐਕਟ ਬਣ ਚੁੱਕਿਆ, ਤਾਂ ਹੁਣ ਕਿਸਾਨ ਵੀ ਲਗਾਤਾਰ ਸੜਕਾਂ ਤੇ ਆ ਰਹੇ ਨੇ। ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨ, ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਘੇਰਦੀਆਂ ਨੇ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम।